कई साल पहला एक खेत विच जानवरां नूं बिना भोजन दे छड्ड दिता गया सी। लाल मुर्गी ने खाण दे लई कुछ लभण दे लई पूरा खेत घुम्मण दा फैसला कीता। ਉਹ ਪਹਿਲਾਂ ਗਾਂ ਦੇ ਕੋਲ ਗਈ। ਕੀ ਤੂੰ ਖਾਣ ਦੇ ਲਈ ਕੁਝ ਲੱਭਣ ਦੇ ਲਈ ਮੇਰੇ ਨਾਲ ਆਵੇਂਗੀ? ਨਹੀਂ, ਮੈਂ ਨਹੀਂ ਆ ਸਕਦੀ, ਬਹੁਤ ਗਰਮੀ ਹੈ, ਮੇਰੇ ਤੋਂ ਚੱਲਿਆ ਨਹੀਂ ਜਾਵੇਗਾ। ਫਿਰ ਉਹ ਸੂਅਰ ਦੇ ਕੋਲ ਚਲੀ ਗਈ। ਕੀ ਤੂੰ ਮੇਰੀ ਭੋਜਨ ਲੱਭਣ ਵਿੱਚ ਮਦਦ ਕਰੇਂਗਾ? ਨਹੀਂ, ਮੈਂ ਨਹੀਂ ਆਵਾਂਗਾ, ਬਹੁਤ ਗਰਮੀ ਹੈ, ਮੇਰੇ ਤੋਂ ਇੱਥੋਂ ਹਿਲਿਆ ਵੀ ਨਹੀਂ ਜਾ ਸਕੇਗਾ। ਬਾਅਦ ਵਿੱਚ ਉਹ ਕੁੱਤੇ ਦੇ ਕੋਲ ਗਈ। ਕੀ ਤੂੰ ਮੇਰੀ ਭੋਜਨ ਲੱਭਣ ਵਿੱਚ ਮਦਦ ਕਰੇਂਗਾ? ਨਹੀਂ, ਮੈਂ ਨਹੀਂ ਆ ਸਕਦਾ, ਬਹੁਤ ਗਰਮੀ ਹੈ, ਮੈਂ ਤਾਂ ਚੱਲ ਵੀ ਨਹੀਂ ਸਕਦਾ। ਤੇ ਆਖਰ ਵਿੱਚ ਉਹ ਬੱਤਖ ਦੇ ਕੋਲ ਗਈ। ਕੀ ਤੂੰ ਖਾਣ ਦੇ ਲਈ ਕੁਝ ਲੱਭਣ ਦੇ ਲਈ ਮੇਰੇ ਨਾਲ ਆਵੇਂਗਾ? ਨਹੀਂ, ਮੈਂ ਨਹੀਂ ਆ ਸਕਦਾ, ਬਹੁਤ ਗਰਮੀ ਹੈ, ਮੈਂ ਪਾਣੀ ਤੋਂ ਬਾਹਰ ਨਹੀਂ ਆ ਸਕਦਾ। ਜਦ ਕੋਈ ਵੀ ਉਹਦੇ ਨਾਲ ਆਉਣ ਦੇ ਲਈ ਤਿਆਰ ਨਹੀਂ ਹੋਇਆ ਤਾਂ ਮੁਰਗੀ ਨੇ ਆਪ ਹੀ ਖੇਤ ਛੱਡਣ ਦਾ ਫੈਸਲਾ ਕੀਤਾ। ਤੁਰਦੇ ਤੁਰਦੇ ਉਸਨੂੰ ਜ਼ਮੀਨ ਤੇ ਕੁਝ ਕਣਕ ਦੇ ਦਾਣੇ ਲੱਭੇ। ਉਹ ਬਹੁਤ ਖੁਸ਼ ਹੋਈ ਤੇ ਖੇਤ ਵਿੱਚ ਵਾਪਸ ਆ ਗਈ। ਉਸਨੇ ਕਣਕ ਦੇ ਦਾਣਿਆਂ ਨੂੰ ਬੋਣ ਦਾ ਫੈਸਲਾ ਕੀਤਾ। ਉਸਨੇ ਸੋਚਿਆ ਕਿ ਉਸਦੇ ਦੋਸਤ ਉਸਦੀ ਮਦਦ ਕਰਨਗੇ। ਗਾਂ, ਵੇਖ, ਮੈਨੂੰ ਕਣਕ ਦੇ ਦਾਣੇ ਮਿਲਨੇ ਨੇ, ਕੀ ਤੂੰ ਮੇਰੇ ਨਾਲ ਉਹਨਾਂ ਨੂੰ ਬੋਣਾ ਚਾਹੇਂਗੀ? ਨਹੀਂ, ਮੈਂ ਪਹਿਲਾਂ ਹੀ ਦੱਸਿਆ ਨਾ ਤੈਨੂੰ, ਬਹੁਤ ਗਰਮੀ ਹੈ। ਮੁਰਗੀ ਸੂਅਰ ਦੇ ਕੋਲ ਗਈ। ਸੂਅਰ, ਵੇਖ, ਮੈਨੂੰ ਕਣਕ ਦੇ ਦਾਣੇ ਲੱਭੇ ਨੇ, ਕੀ ਤੂੰ ਉਹਨਾਂ ਨੂੰ ਮੇਰੇ ਨਾਲ ਬੋਵੇਂਗਾ? ਨਹੀਂ, ਮੈਂ ਨਹੀਂ ਕਰ ਸਕਦਾ, ਇਸ ਦੇ ਲਈ ਮੌਸਮ ਬਹੁਤ ਗਰਮ ਹੈ। ਉਹ ਕੁੱਤੇ ਦੇ ਕੋਲ ਗਈ। ਦੋਸਤ, ਮੈਨੂੰ ਕਣਕ ਦੇ ਦਾਣੇ ਮਿਲੇ ਨੇ, ਕੀ ਤੂੰ ਮੇਰੇ ਨਾਲ ਉਹਨਾਂ ਨੂੰ ਬੋਏਂਗਾ? ਨਹੀਂ, ਬਹੁਤ ਗਰਮੀ ਹੈ। ਤੇ ਆਖਰ ਵਿੱਚ ਉਹ ਬੱਤਖ ਦੇ ਕੋਲ ਗਈ। ਉਹ ਬੱਤਖ, ਵੇਖ, ਮੈਨੂੰ ਕਣਕ ਦੇ ਦਾਣੇ ਮਿਲੇ ਨੇ, ਕੀ ਤੂੰ ਮੇਰੇ ਨਾਲ ਬੋਏਂਗਾ? ਨਹੀਂ, ਮੈਂ ਇਸ ਗਰਮੀ ਵਿੱਚ ਪਾਣੀ ਤੋਂ ਨਿਕਲ ਹੀ ਨਹੀਂ ਸਕਦਾ। ਠੀਕ ਹੈ, ਮੈਂ ਆਪ ਹੀ ਬੋ ਲਵਾਂਗੀ। ਜਦ ਉਸਨੇ ਵੇਖਿਆ ਕਿ ਕੋਈ ਵੀ ਉਸਦੀ ਮਦਦ ਨਹੀਂ ਕਰਨਾ ਚਾਹੁੰਦਾ ਸੀ ਤਾਂ ਉਸਨੇ ਆਪ ਹੀ ਦਾਣੇ ਬੋਣ ਦਾ ਫੈਸਲਾ ਕੀਤਾ। ਹਫ਼ਤੇ ਗੁਜ਼ਰ ਗਏ। ਬਰਸਾਤ ਦੇ ਦਿਨ ਸ਼ੁਰੂ ਹੋ ਗਏ ਸੀ। ਬੀਜ ਉੱਗ ਆਏ ਸੀ, ਪਰ ਬਗੀਚੇ ਵਿੱਚ ਉੱਗੀ ਜੰਗਲੀ ਘਾਹ ਦੀ ਸਫਾਈ ਕਰਨ ਦੀ ਲੋੜ ਸੀ। ਘਾਹ ਨੂੰ ਸਾਫ਼ ਕਰਨ ਵਿੱਚ ਮੇਰੀ ਮਦਦ ਕੌਣ ਕਰੇਗਾ? ਇਹ ਹੁਣ ਬਹੁਤ ਗੰਦਾ ਹੈ, ਮੈਂ ਤੇਰੀ ਮਦਦ ਨਹੀਂ ਕਰ ਸਕਦੀ। ਮੈਂ ਤਾਂ ਕਰ ਹੀ ਨਹੀਂ ਸਕਦਾ, ਮੈਂ ਆਪਣੀ ਥਾਂ ਨਹੀਂ ਛੱਡ ਸਕਦਾ। ਮੈਂ ਗੰਦਾ ਹੋ ਜਾਵਾਂਗਾ, ਮੈਂ ਨਹੀਂ ਕਰ ਸਕਦਾ। ਮੇਰੀ ਸਿਹਤ ਠੀਕ ਨਹੀਂ ਹੈ, ਮੈਂ ਨਹੀਂ ਕਰ ਸਕਦਾ। ਜੇ ਇਹ ਗੱਲ ਹੈ ਤਾਂ ਮੈਂ ਆਪ ਹੀ ਕਰ ਲਵਾਂਗੀ। ਲਾਲ ਮੁਰਗੀ ਨੇ ਬਗੀਚੇ ਦੇ ਵਿੱਚ ਉੱਗੇ ਜੰਗਲੀ ਘਾਹ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਕਣਕ ਉੱਗਣ ਦੇ ਕੁਝ ਚਿਰ ਬਾਅਦ ਹੀ ਹੁਣ ਕਣਕ ਦੀ ਕਟਾਈ ਦਾ ਸਮਾਂ ਆ ਗਿਆ ਸੀ। ਮੁਰਗੀ ਆਪਣੇ ਦੋਸਤਾਂ ਕੋਲ ਗਈ ਤੇ ਪੁੱਛਿਆ ਕਿ ਕੀ ਉਹ ਫਸਲ ਕੱਟਣ ਵਿੱਚ ਉਹਦੀ ਮਦਦ ਕਰਨਗੇ। ਗਾਂ, ਕਣਕ ਉੱਗ ਗਈ ਹੈ, ਕੀ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗੀ? ਨਹੀਂ, ਮੈਂ ਨਹੀਂ ਕਰ ਸਕਦੀ। ਸੂਅਰ, ਵੇਖੇਂਗਾ ਕਿ ਕਣਕ ਕਿਵੇਂ ਦੀ ਉੱਗੀ ਹੈ, ਕਿ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? ਨਹੀਂ, ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਰਨਾ ਹੈ। ਮੇਰੇ ਦੋਸਤ, ਕਣਕ ਉੱਗ ਗਈ ਹੈ, ਕਿ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? ਕੌਣ, ਮੈਂ? ਬਿਲਕੁਲ ਨਹੀਂ। ਓ ਮੇਰੇ ਬੱਤਖ ਦੋਸਤ, ਕਣਕ ਉੱਗ ਗਈ ਹੈ, ਕਿ ਤੂੰ ਫਸਲ ਕੱਟਣ ਵਿੱਚ ਮੇਰੀ ਮਦਦ ਕਰੇਂਗਾ? ਬੇਸ਼ੱਕ, ਮੈਂ ਨਹੀਂ ਕਰ ਸਕਦਾ। ਠੀਕ ਹੈ, ਮੈਂ ਆਪਣੇ ਆਪ ਹੀ ਕਰ ਲਵਾਂਗੀ। ਛੋਟੀ ਲਾਲ ਮੁਰਗੀ ਨੇ ਦੇਰ ਰਾਤ ਤੱਕ ਕੰਮ ਕੀਤਾ। ਉਸਨੇ ਕਣਕ ਦੇ ਇੱਕ ਇੱਕ ਬੂਟੇ ਦੀ ਆਪ ਹੀ ਕਟਾਈ ਕੀਤੀ। ਹੁਣ ਕਣਕ ਨੂੰ ਆਟੇ ਵਿੱਚ ਬਦਲਣ ਦਾ ਸਮਾਂ ਸੀ। ਉਹ ਆਪਣੇ ਦੋਸਤਾਂ ਤੋਂ ਮਦਦ ਮੰਗਣ ਗਈ। ਸਾਨੂੰ ਆਟਾ ਬਣਾਉਣ ਦੇ ਲਈ ਕਣਕ ਨੂੰ ਪੀਸਣਾ ਹੋਵੇਗਾ, ਕੌਣ-ਕੌਣ ਮੇਰੀ ਮਦਦ ਕਰੇਗਾ? ਨਹੀਂ, ਮੈਂ ਨਹੀਂ ਕਰ ਸਕਦੀ, ਮੈਂ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਮੈਂ ਵੀ ਕੋਈ ਮਦਦ ਨਹੀਂ ਕਰ ਸਕਦਾ, ਇਹ ਮੇਰਾ ਸੌਣ ਦਾ ਸਮਾਂ ਹੈ। ਮੈਂ ਤਾਂ ਬਿਲਕੁਲ ਹੀ ਮਦਦ ਨਹੀਂ ਕਰ ਸਕਦਾ। ਮੈਂ ਨਹੀਂ ਕਰ ਸਕਦਾ, ਮੈਨੂੰ ਪਾਣੀ ਵਿੱਚ ਠੰਡਾ ਹੋਣ ਦੀ ਲੋੜ ਨਹੀਂ ਹੈ। ਮੁਰਗੀ ਨੇ ਚੱਕੀ ਵਿੱਚ ਕਣਕ ਪੀਸ ਕੇ ਆਟਾ ਬਣਾ ਲਿਆ। ਚਲੋ ਹੁਣ ਸਵਾਦੀ ਸਵਾਦੀ ਰੋਟੀ ਬਣਾਉਂਦੇ ਹਾਂ। ਮੁਰਗੀ ਆਪਣੇ ਦੋਸਤਾਂ ਦੇ ਕੋਲ ਗਈ। ਉਹ ਉਹਨਾਂ ਨੂੰ ਇੱਕ ਆਖਰੀ ਮੌਕਾ ਦੇਣਾ ਚਾਹੁੰਦੀ ਸੀ। ਗਾਂ, ਮੈਂ ਰੋਟੀ ਬਣਾਉਣ ਜਾ ਰਹੀ ਹਾਂ, ਕੀ ਤੂੰ ਮੇਰੀ ਮਦਦ ਕਰੇਂਗੀ? ਨਹੀਂ, ਮੈਂ ਨਹੀਂ ਕਰ ਸਕਦੀ, ਮੇਰੀ ਕੰਮ ਕਰਨ ਦੀ ਹਾਲਤ ਨਹੀਂ ਹੈ। ਤੇ ਤੂੰ ਸੂਅਰ? ਅੱਜ ਨਹੀਂ, ਮੈਂ ਬਹੁਤ ਥੱਕ ਗਿਆ ਹਾਂ।
नहीं मैं नहीं कर सकता। नहीं मैं नहीं कर सकता। उदा भी मैनू पता नहीं रोटी किवें बनाते ने। इस वार मुर्गी नूं बहुत गुस्सा आ गया सी। ਉਹ ਆਪ ਹੀ ਰਸੋਈ 'ਚ ਗਈ। ਸਭ ਤੋਂ ਪਹਿਲਾਂ ਉਸਨੇ ਜਿਸ ਆਟੇ ਨੂੰ ਬਣਾਇਆ ਸੀ ਉਹਦੀ ਰੋਟੀ ਬਣਾਈ, ਫਿਰ ਉਸ ਨੂੰ ਇੱਕ ਆਕਾਰ ਦਿੱਤਾ ਤੇ ਆਖਰ ਵਿੱਚ ਓਵਨ ਵਿੱਚ ਪਾ ਕੇ ਉਹਦੇ ਪੱਕਣ ਦਾ ਇੰਤਜ਼ਾਰ ਕਰਨ ਲੱਗੀ। ਰੋਟੀ ਦੀ ਕਮਾਲ ਦੀ ਖੁਸ਼ਬੂ ਫੈਲਣ ਦੇ ਬਾਅਦ ਉਸਨੇ ਇਸ ਨੂੰ ਓਵਨ ਤੋਂ ਬਾਹਰ ਕੱਢਿਆ, ਬਗੀਚੇ ਵਿੱਚ ਗਈ ਤੇ ਮੇਜ਼ ਤੇ ਬਹਿ ਗਈ। ਫਿਰ ਉਸਨੇ ਆਪਣੇ ਦੋਸਤਾਂ ਨੂੰ ਬੁਲਾਇਆ। ਦੋਸਤੋ, ਰੋਟੀ ਤਿਆਰ ਹੈ, ਕੌਣ ਇਹਨੂੰ ਮੇਰੇ ਨਾਲ ਖਾਣਾ ਚਾਹੇਗਾ? ਮੁਰਗੀ ਦੇ ਸਾਹਮਣੇ ਇੰਨੀ ਵਧੀਆ ਰੋਟੀ ਵੇਖ ਕੇ ਸਾਰੇ ਇਕੱਠੇ ਹੀ ਉਹਦੇ ਸਾਹਮਣੇ ਆ ਕੇ ਖੜੇ ਹੋ ਗਏ। ਮੈਨੂੰ ਥੋੜੀ ਚਾਹੀਦੀ ਹੈ। ਮੈਨੂੰ ਵੀ ਬਹੁਤ ਭੁੱਖ ਲੱਗੀ ਹੈ। ਇਹ ਸਹੀ ਵੇਲਾ ਹੈ ਦੋਸਤ। ਕਿ ਮੈਨੂੰ ਵੀ ਮੈਨੂੰ ਰੋਟੀ ਪਸੰਦ ਹੈ। आओ चलो खाइए। नहीं, मैं नहीं दे सकती, बिल्कुल नहीं दे सकती। मैं सब कुछ अपने आप ही कीता। सिर्फ मैं इनू खाण दी हकदार हां। सब कुछ मैं अपने दम ते कीता। बड़े चाह नाल मुर्गी ने रोटी नू खाना शुरू कीता, पर ਉਹ ਇਹ ਗੱਲ ਵੀ ਭੁੱਲ ਨਹੀਂ ਪਾ ਰਹੀ ਸੀ ਕਿ ਉਸਦੇ ਦੋਸਤ ਵੀ ਭੁੱਖੇ ਨੇ। ਹੁਣ ਤੋਂ ਜੇ ਤੁਸੀਂ ਮਦਦ ਕਰਨ ਦਾ ਵਾਅਦਾ ਕਰਦੇ ਹੋ ਤਾਂ ਹੀ ਮੈਂ ਆਪਣੀ ਰੋਟੀ ਤੁਹਾਡੇ ਨਾਲ ਵੰਡ ਸਕਦੀ ਹਾਂ। ਖੇਤ ਦੇ ਸਾਰੇ ਜਾਨਵਰ ਸ਼ਰਮਿੰਦਾ ਸੀ। ਉਹਨਾਂ ਨੂੰ ਪਤਾ ਸੀ ਕਿ ਉਹ ਸਹੀ ਕਹਿ ਰਹੀ ਹੈ। ਮੁਰਗੀ ਜਾਣਦੀ ਸੀ ਕਿ ਉਸਦੇ ਦੋਸਤਾਂ ਨੇ ਇੱਕ ਚੰਗਾ ਸਬਕ ਸਿੱਖਿਆ ਹੈ, ਸੋ ਉਸਨੇ ਆਪਣੀ ਰੋਟੀ ਉਹਨਾਂ ਦੇ ਨਾਲ ਵੰਡ ਲਈ। ਇੱਕ ਚੰਗੇ ਖਾਣੇ ਦੇ ਨਾਲ ਉਹ ਹੁਣ ਭਰੇ ਪੇਟ ਬਹੁਤ ਖੁਸ਼ ਸੀ। ਸਮੇਂ ਦੀ ਗੱਲ ਹੈ। ਇੱਕ ਨਿੱਕੀ ਕੁੜੀ ਸੀ। ਉਹ ਹਮੇਸ਼ਾ ਰੈੱਡ ਕਲਰ ਦੀ ਰਾਈਡਿੰਗ ਹੁੱਡ ਪਾਉਂਦੀ ਸੀ। ਇਸ ਲਈ ਸਾਰੇ ਉਹਨੂੰ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾਉਂਦੇ ਸੀ। ਧੀਏ। ਹਾਂ ਮੰਮੀ। ਤੁਹਾਡੀ ਨਾਨੀ ਮਾਂ ਬਿਮਾਰ ਹੈ ਨਾ? ਤੁਸੀਂ ਉਹਨਾਂ ਵਾਸਤੇ ਇਹ ਤਾਜ਼ਾ ਕੁਕੀਜ਼ ਅਤੇ ਜੜੀ ਬੂਟੀਆਂ ਲੈ ਕੇ ਜਾਓਗੇ? ਬਿਲਕੁਲ ਜਾਵਾਂਗੀ ਮੈਂ ਮੰਮੀ। ਹਮੇਸ਼ਾ ਦੀ ਤਰ੍ਹਾਂ ਆਪਣਾ ਰੈੱਡ ਰਾਈਡਿੰਗ ਹੁੱਡ ਪਾ ਕੇ ਉਹ ਆਪਣੀ ਨਾਨੀ ਦੇ ਘਰ ਵੱਲ ਨੂੰ ਤੁਰ ਪਈ। ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਨਾ ਉਤਰੀ ਧੀਏ। ਲਿਟਲ ਰੈੱਡ ਰਾਈਡਿੰਗ ਹੁੱਡ ਹੱਸਦੇ ਗਾਉਂਦੇ ਆਪਣੇ ਰਸਤੇ ਜਾ ਰਹੀ ਸੀ। ਪਤਾ ਨਹੀਂ ਇਹਨੂੰ ਬਨੀ ਫੋਰੈਸਟ ਕਿਉਂ ਕਹਿੰਦੇ ਨੇ, ਮੈਨੂੰ ਤਾਂ ਇੱਕ ਵੀ ਬਨੀ ਨਹੀਂ ਦਿਸਿਆ। ਲਿਟਲ ਰੈੱਡ ਰਾਈਡਿੰਗ ਹੁੱਡ ਫੁੱਲਾਂ ਨਾਲ ਭਰੇ ਹੋਏ ਰਸਤੇ ਤੇ ਪਹੁੰਚੀ। ਰੰਗ ਬਰੰਗੇ ਕਈ ਤਰ੍ਹਾਂ ਦੇ ਫੁੱਲ ਸੀ। ਨਾਨੀ ਵਾਸਤੇ ਕੁਝ ਫੁੱਲ ਲੈ ਚਲਦੀ ਆਂ, ਬੜੀ ਖੁਸ਼ ਹੋ ਜਾਵੇਗੀ ਉਹ। ਫੁੱਲ ਚੁਗਦੇ ਹੋਏ ਧਿਆਨ ਨਹੀਂ ਰਿਹਾ ਉਹਨੂੰ ਕਿ ਉਹ ਆਪਣੇ ਰਸਤੇ ਤੋਂ ਥੱਲੇ ਉਤਰ ਗਈ ਸੀ। ਉਸੇ ਵੇਲੇ ਉਹਨੂੰ ਝਾੜੀਆਂ ਵਿੱਚੋਂ ਇੱਕ ਆਵਾਜ਼ ਆਈ। ਅਚਾਨਕ ਇੱਕ ਵੱਡਾ ਜਿਹਾ ਭੇੜੀਆ ਉਹਦੇ ਸਾਹਮਣੇ ਆ ਗਿਆ। ਉਹਨੂੰ ਵੇਖ ਕੇ ਲਿਟਲ ਰੈੱਡ ਰਾਈਡਿੰਗ ਹੁੱਡ ਇੰਨਾ ਡਰ ਗਈ ਕਿ ਉਹਦੇ ਹੱਥੋਂ ਬਾਸਕਟ ਡਿੱਗ ਪਈ। ਭੇੜੀਏ ਨੇ ਛੇਤੀ ਬਾਸਕਟ ਵਿੱਚੋਂ ਕੁਕੀਜ਼ ਚੁੱਕੀਆਂ ਅਤੇ ਵਾਪਸ ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਦੇ ਦਿੱਤੀਆਂ। ਭੇੜੀਏ ਦੀ ਇਸ ਅੱਛਾਈ ਤੋਂ ਲਿਟਲ ਰੈੱਡ ਰਾਈਡਿੰਗ ਹੁੱਡ ਬਹੁਤ ਖੁਸ਼ ਹੋਈ। ਥੈਂਕ ਯੂ। ਕਿੱਥੇ ਜਾ ਰਹੀ ਏ ਕੁੜੀਏ? ਨਾਨੀ ਦੇ ਘਰ। ਇਸ ਜੰਗਲ ਦੇ ਆਖਿਰ ਵਿੱਚ ਯੈਲੋ ਕਲਰ ਦਾ ਘਰ ਹੈ। ਉਹਨਾਂ ਦੀ ਤਬੀਅਤ ਖਰਾਬ ਹੈ ਨਾ, ਮੈਂ ਕੁਕੀਜ਼ ਤੇ ਜੜੀ ਬੂਟੀਆਂ ਲੈ ਕੇ ਜਾ ਰਹੀ ਹਾਂ। ਤੁਸੀਂ ਮੈਨੂੰ ਸਾਰਿਆਂ ਦੀ ਤਰ੍ਹਾਂ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾ ਸਕਦੇ ਹੋ। ਤਾਂ ਮੈਂ ਪਹਿਲੇ ਪਹੁੰਚ ਕੇ ਤੁਹਾਡੀ ਨਾਨੀ ਨੂੰ ਦੱਸਦਾ ਤੁਸੀਂ ਆ ਰਹੇ ਹੋ, ਔਰ ਤੁਸੀਂ ਫੁੱਲ ਚੁਗਦੇ ਆਰਾਮ ਨਾਲ ਆਓ। ਉਸੇ ਵੇਲੇ ਉਹਨੂੰ ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਆਈ ਤੇ ਉਹ ਉਡਣਛੂ ਹੋ ਗਿਆ। ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਇੱਕਦਮ ਰੋਣਾ ਆ ਗਿਆ ਕਿਉਂਕਿ ਉਹ ਗਵਾਚ ਗਈ ਸੀ।
ਰੋਣਾ ਸੁਣ ਕੇ ਇੱਕ ਸ਼ਿਕਾਰੀ ਉਹਦੇ ਕੋਲ ਆਇਆ। ਤੂੰ ਇੱਥੇ ਇਕੱਲੀ ਕੀ ਕਰ ਰਹੀ ਹੈ? ਇੱਥੇ ਬਹੁਤ ਖਤਰਾ ਹੈ। ਮੈਂ ਇੱਕ ਖੁੰਖਾਰ ਬੇੜੀ ਨੂੰ ਲੱਭ ਰਿਹਾ, ਕਾਫੀ ਵਕਤ ਤੋਂ ਉਹ ਭੱਜ ਰਿਹਾ ਹੈ। ਲਿਟਲ ਰੈਡ ਰਾਈਡਿੰਗ ਹੁੱਡ ਸ਼ਰਮਿੰਦਾ ਸੀ ਕਿਉਂਕਿ ਉਹਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਉਤਰ ਗਈ। ਇਸ ਕਰਕੇ ਉਹ ਸ਼ਿਕਾਰੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਤਾਂ ਬਸ ਮੇਰੀ ਨਾਨੀ ਮਾਂ ਬਿਮਾਰ ਹੈ, ਕੁਕੀਜ਼ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਗੁਆਚ ਗਈ। ਤੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਛੱਡ ਦੇਣਾ। ਉਹ ਨਾਲ-ਨਾਲ ਤੁਰ ਪਏ ਅਤੇ ਉਸੇ ਵੇਲੇ ਭੇੜੀਆ ਵੀ ਨਾਨੀ ਮਾਂ ਦੇ ਘਰ ਪਹੁੰਚ ਗਿਆ ਅਤੇ ਬੂਹੇ ਤੇ ਨੌਕ ਕੀਤਾ। ਨਾਨੀ ਮਾਂ ਨੇ ਸੱਦਿਆ, ਕੌਣ ਹੈ ਭਾਈ? मैं नानी माँ, लिटिल रेड राइडिंग हुड। मैं कुकीज तो जड़ी बूटियां लेकर आई हैं तुहाडे लिए। बूहा खुला है तिए, अंदर आ जा। ਭੇੜੀਆ ਅੰਦਰ ਵੜ ਗਿਆ। ਥੋੜੀ ਦੇਰ ਪਿੱਛੋਂ ਲਿਟਲ ਰੈਡ ਰਾਈਡਿੰਗ ਹੁੱਡ ਅਤੇ ਸ਼ਿਕਾਰੀ ਨਾਨੀ ਮਾਂ ਦੇ ਘਰ ਪਹੁੰਚੇ। ਜਾ ਕੁੜੀਏ, ਨਾਨੀ ਦੇ ਕੋਲ ਜਾ। ਹੰਟਰ ਆਪਣੇ ਰਸਤੇ ਤੁਰ ਗਿਆ। ਲਿਟਲ ਰੈਡ ਰਾਈਡਿੰਗ ਹੁੱਡ ਨੇ ਬੂਹੇ ਤੇ ਨੌਕ ਕੀਤਾ। कौन है भाई? मैं हाँ नानी माँ, लिटिल रेड राइडिंग हुड। बुआ खुला है तिए, अंदर आ जा। लिटिल रेड राइडिंग हुड कुछ पल ਲਈ ਹਿਚਕਿਚਾਈ ਕਿਉਂਕਿ ਆਵਾਜ਼ ਨਾਨੀ ਮਾਂ ਤੋਂ ਥੋੜੀ ਵੱਖਰੀ ਲੱਗ ਰਹੀ ਸੀ। ਫਿਰ ਧਿਆਨ ਆਇਆ ਕਿ ਨਾਨੀ ਮਾਂ ਤਾਂ ਬਿਮਾਰ ਹੈ। बीमार है ना नानी माँ, ताही आवाज ऐदा दी हो गई है। वो बूहा खोल के अंदर गई। भेड़िया सारे कपड़े, टोपी ते चश्मा भी नानी मां दा पा के बिस्तरे ते पिया सी। उन्हें पर्दा खिंच के अंदर हनेरा किता होया सी ताकि लिटिल रेड राइडिंग हुड ओनू वेख ना सके। प्यारी धीए, इन्नी दूर चल के तू मेरे वास्ते खाना लेके आई? कोल ता आती है, तेनू गले ता मिला। छेतिया, इन्नी दूर क्यों है? लिटिल रेड राइडिंग हुड ने बास्केट थल्ले रखिया पर ज्यादा कोल नहीं गई क्योंकि नानी मां कुछ वखरी दिस रही सी। तुहाडे हथ इन्ने लंबे किवें हो गए? ताकि तेरा हथ फड़ सका। ते इन्ने बड़े कन्न? तेरी प्यारी आवाज सुनन वास्ते। बड़िया बड़िया अखां? तेनू जी भर के वेखण वास्ते। ते इन्ने तीखे दंद नानी मां? तेनू चब चब के खाण वास्ते। भेड़िए ने लिटिल रेड राइडिंग हुड वल छाल मारी। उसे वेले लिटिल रेड राइडिंग हुड नू पता लग्या कि बिस्तरे ते नानी मां नहीं बल्कि वो खुंखार भेड़िया सी। बचाओ, बचाओ, मैनू बचाओ। शिकारी तक ओदी आवाज पहुंची ਅਤੇ ਉਹ ਭੱਜ ਕੇ ਉਸ ਘਰ ਤੱਕ ਗਿਆ। ਸ਼ਿਕਾਰੀ ਨੇ ਬੂਹੇ ਦੇ ਅੰਦਰ ਜਾ ਕੇ ਉਸ ਭੇੜੀਏ ਨੂੰ ਫੜ ਲਿਆ। ਆਖਿਰ ਤੂੰ ਫੜਿਆ ਗਿਆ ਖੁੰਖਾਰ ਭੇੜੀਏ, ਹੁਣ ਦੇਖਣਾ ਮੈਂ ਤੈਨੂੰ। ਸ਼ਿਕਾਰੀ ਨੇ ਭੇੜੀਏ ਦੇ ਢਿੱਡ ਵਿੱਚੋਂ ਨਾਨੀ ਮਾਂ ਨੂੰ ਬਾਹਰ ਕੱਢਿਆ। ਸਾਨੂੰ ਬਚਾਉਣ ਲਈ ਬਹੁਤ-ਬਹੁਤ ਧੰਨਵਾਦ ਸ਼ਿਕਾਰੀ ਅੰਕਲ। ਕੋਈ ਗੱਲ ਨਹੀਂ, ਪਰ ਵਾਅਦਾ ਕਰ ਕੁੜੀਏ ਕਿ ਹਮੇਸ਼ਾ ਮੰਮੀ ਦੀ ਗੱਲ ਮੰਨੇਗੀ। ਨਾਨੀ ਮਾਂ ਨੂੰ ਇੰਨੀ ਭੁੱਖ ਲੱਗੀ ਸੀ ਕਿ ਉਹ ਸਾਰੀ ਕੁਕੀਜ਼ ਖਾ ਗਈ, ਜੜੀ ਬੂਟੀ ਦੀ ਦਵਾਈ ਬਣਾਈ ਤੇ ਛੇਤੀ-ਛੇਤੀ ਠੀਕ ਹੋ ਗਈ। ਲਿਟਲ ਰੈਡ ਰਾਈਡਿੰਗ ਹੁੱਡ ਨੇ ਵਾਅਦਾ ਕੀਤਾ ਕਿ ਕਿਸੇ ਖੁੰਖਾਰ ਭੇੜੀਏ ਦੀ ਗੱਲਾਂ ਵਿੱਚ
ਉਹ ਕਦੇ ਨਹੀਂ ਆਵੇਗੀ। ਲਿਟਲ ਰੈਡ ਰਾਈਡਿੰਗ ਹੁੱਡ ਕੱਲੀ ਇੱਕ ਵਾਰੀ ਜੰਗਲ ਵਿੱਚ ਖੇਲ ਰਹੀ ਸੀ ਅਤੇ ਉਸੇ ਵੇਲੇ ਸਾਹਮਣੇ ਫਿਰ ਉਹੀ ਭੇੜੀਆ ਮਿਲਿਆ। ਭੇੜੀਏ ਨੂੰ ਹੰਟਰ ਨੇ ਜੰਗਲ ਦੀ ਸਫਾਈ ਕਰਨ ਦੀ ਸਜ਼ਾ ਦਿੱਤੀ ਸੀ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਵੇਖਦੇ ਹੀ ਉਸ ਨੂੰ ਆਪਣੀ ਕਰਨੀ ਤੇ ਸ਼ਰਮਿੰਦਗੀ ਮਹਿਸੂਸ ਹੋਈ। ਬਨੀ ਫੋਰੈਸਟ ਭਰ ਗਿਆ ਇੱਕ ਵਾਰੀ ਫੇਰ ਖੁਸ਼ੀਆਂ ਬਨੀਸ ਤੇ ਫੁੱਲਾਂ ਨਾਲ, ਬਿਲਕੁਲ ਉਦਾਂ ਜਿੱਦਾਂ ਪਹਿਲਾਂ ਹੁੰਦਾ ਸੀ।